ਸਤਿ ਸ੍ਰੀ ਅਕਾਲ। ਆਓ ਅੱਜ ਇੱਕ ਅਜਿਹੇ ਵਿਸ਼ੇ ਤੇ ਗੱਲ ਕਰੀਏ ਜੋ ਹੋਣਾ ਤਾਂ ਚਾਹੀਦਾ ਹੈ ਖੁਸ਼ੀ ਦਾ ਪ੍ਰਤੀਕ, ਪਰ ਅਕਸਰ ਕਰਜ਼ੇ ਅਤੇ ਦਿਖਾਵੇ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ। ਹਾਂਜੀ, ਆਪਾਂ ਗੱਲ ਕਰ ਰਹੇ ਹਾਂ ਸਾਦਗੀ ਵਾਲੇ ਵਿਆਹਾਂ ਦੀ, ਇੱਕ ਅਜਿਹੀ ਪਰੰਪਰਾ ਦੀ ਜਿਸ ਨੂੰ ਸਹੀ ਢੰਗ ਨਾਲ ਅਪਣਾਉਣਾ ਸਾਡੇ ਸਮਾਜ ਦੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਅਤੇ ਇਸ ਵਿਸ਼ੇ ਤੇ ਸਾਡੀ ਅਗਵਾਈ ਕਰਨ ਲਈ ਜੋ ਵਿਚਾਰ ਅਸੀਂ ਸਾਂਝੇ ਕਰਾਂਗੇ, ਉਹ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੀ ਡੂੰਘੀ ਸੋਚ ਤੋਂ ਲਏ ਗਏ ਹਨ। ਉਨ੍ਹਾਂ ਦੀ ਕਿਤਾਬ ਸਾਦਗੀ ਭਰੇ ਵਿਵਾਹੋਂ ਕੀ ਸਤਪਰੰਪਰਾ ਸਭ ਔਰ ਚਲ ਪੜੇ ਇਸ ਸਮੱਸਿਆ ਦੀ ਜੜ ਤੱਕ ਜਾਂਦੀ ਹੈ ਤੇ ਇੱਕ ਬਹੁਤ ਹੀ ਸਾਫ਼ ਰਸਤਾ ਵੀ ਦਿਖਾਉਂਦੀ ਹੈ। ਤਾਂ ਚਲੋ ਉਨ੍ਹਾਂ ਦੀ ਇਸ ਬੁੱਧੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤਾਂ ਅੱਜ ਆਪਾਂ ਸਭ ਤੋਂ ਪਹਿਲਾਂ ਸਮਝਾਂਗੇ ਕਿ ਵਿਆਹਾਂ ਦਾ ਸੰਕਟ ਅਸਲ ਵਿੱਚ ਹੈ ਕੀ ਅਤੇ ਇਹ ਦਾਜ ਦਾ ਦੁਸ਼ਟ ਚੱਕਰ ਕਿਵੇਂ ਚੱਲਦਾ ਹੈ। ਫਿਰ ਆਪਾਂ ਦੇਖਾਂਗੇ ਕਿ ਕਿਵੇਂ ਝੂਠੀ ਸਮਾਜਿਕ ਇੱਜ਼ਤ ਇਸ ਅੱਗ ਵਿੱਚ ਘਿਓ ਦਾ ਕੰਮ ਕਰਦੀ ਹੈ ਅਤੇ ਅੰਤ ਵਿੱਚ ਆਪਾਂ ਸਨਮਾਨ ਦੇ ਅਸਲੀ ਰਸਤੇ ਤੇ ਚੱਲਦੇ ਹੋਏ ਇੱਕ ਨਵੀਂ ਪਰੰਪਰਾ ਲਈ ਇੱਕ ਠੋਸ ਯੋਜਨਾ ਤੇ ਵੀ ਗੱਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ, ਵਿਆਹਾਂ ਦਾ ਗੰਭੀਰ ਸੰਕਟ। ਦੇਖੋ, ਅੱਜ-ਕੱਲ੍ਹ ਦੇ ਸ਼ਾਨੋ-ਸ਼ੌਕਤ ਵਾਲੇ ਵਿਆਹ ਸਿਰਫ ਇੱਕ ਜਸ਼ਨ ਨਹੀਂ ਰਹਿ ਗਏ, ਸਗੋਂ ਇਹ ਤਾਂ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਇੱਕ ਬਹੁਤ ਹੀ ਭਿਆਨਕ ਸਮੱਸਿਆ ਬਣ ਗਏ ਨੇ। ਇਸ ਨੂੰ ਬੇਵਕੂਫੀ ਕਿਹਾ ਜਾਵੇ ਜਾਂ ਬਦਮਾਸ਼ੀ। ਸੱਚੀ, ਇਹ ਸਵਾਲ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਅਣਜਾਣੇ ਵਿੱਚ ਇੱਕ ਗਲਤ ਰੀਤ ਨਿਭਾ ਰਹੇ ਹਾਂ ਜਾਂ ਫਿਰ ਜਾਣ-ਬੁੱਝ ਕੇ ਇੱਕ ਅਜਿਹੇ ਦਿਖਾਵੇ ਦਾ ਹਿੱਸਾ ਬਣ ਰਹੇ ਹਾਂ ਜੋ ਅੰਤ ਵਿੱਚ ਸਾਰਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹੁਣ ਇੱਥੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਸੱਚਾਈ ਸਾਹਮਣੇ ਆਉਂਦੀ ਹੈ। ਫਰਕ ਨਹੀਂ ਪੈਂਦਾ ਕਿ ਸਮਾਜ ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹ, ਦੋਵੇਂ ਪਾਸੇ ਬੱਚਿਆਂ ਦਾ ਇੱਕ ਤਰ੍ਹਾਂ ਨਾਲ ਸੌਦਾ ਹੀ ਹੋ ਰਿਹਾ ਹੈ। ਕਿਤੇ ਧੀਆਂ ਤੇ ਬੋਲੀ ਲੱਗਦੀ ਹੈ ਤੇ ਕਿਤੇ ਪੁੱਤਰਾਂ ਤੇ। ਨਤੀਜਾ ਇੱਕੋ ਹੈ, ਪਰਿਵਾਰਾਂ ਦੀ ਬਰਬਾਦੀ। ਅਤੇ ਸਾਰੇ ਸੰਕਟ ਦੇ ਕੇਂਦਰ ਵਿੱਚ ਕੀ ਹੈ? ਉਹ ਹੈ ਦਾਜ ਦਾ ਦੁਸ਼ਟ ਚੱਕਰ। ਇਹ ਸੱਚਮੁੱਚ ਇੱਕ ਅਜਿਹੀ ਲੁੱਟ ਹੈ ਜਿਸ ਵਿੱਚ ਜਿੱਤਦਾ ਕੋਈ ਨਹੀਂ ਹੈ, ਹਾਰਦਾ ਹਰ ਕੋਈ ਹੈ, ਪੈਸੇ ਪੱਖੋਂ ਵੀ ਤੇ ਅਖਲਾਕੀ ਤੌਰ ਤੇ ਵੀ। ਜੋ ਪੈਸਾ ਦਾਜ ਰਾਹੀਂ ਇਕੱਠਾ ਹੁੰਦਾ ਹੈ, ਉਹ ਕਿਸੇ ਚੰਗੇ ਭਵਿੱਖ ਦੀ ਨੀਂਹ ਰੱਖਣ ਲਈ ਨਹੀਂ ਵਰਤਿਆ ਜਾਂਦਾ, ਸਗੋਂ ਬਰਾਤਾਂ, ਦਾਵਤਾਂ ਤੇ ਆਤਿਸ਼ਬਾਜ਼ੀ ਵਿੱਚ ਇੰਜ ਸਾੜਿਆ ਜਾਂਦਾ ਹੈ ਜਿਵੇਂ ਹੋਲੀ ਵੇਲੇ ਲੱਕੜਾਂ ਨੂੰ ਅੱਗ ਲਾਈ ਜਾਂਦੀ ਹੈ। ਬਸ ਕੁਝ ਪਲਾਂ ਦਾ ਦਿਖਾਵਾ। ਇਸੇ ਲਈ ਇਸ ਨੂੰ ਕਿਹਾ ਗਿਆ ਹੈ ਗੁਨਾਹ ਬੇਲੱਜ਼ਤ, ਮਤਲਬ ਇੱਕ ਅਜਿਹਾ ਪਾਪ ਜਿਸ ਦਾ ਕੋਈ ਸਵਾਦ ਜਾਂ ਫਾਇਦਾ ਹੀ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਦਾਜ ਲੈਣ ਵਾਲਾ ਪਰਿਵਾਰ ਵੀ ਅਕਸਰ ਖਾਲੀ ਹੱਥ ਹੀ ਰਹਿ ਜਾਂਦਾ ਹੈ। ਸਾਰਾ ਪੈਸਾ ਦਿਖਾਵੇ ਤੇ ਲੱਗ ਜਾਂਦਾ ਹੈ ਤੇ ਕਈ ਵਾਰ ਤਾਂ ਆਪਣੀ ਜੇਬੋਂ ਵਿੱਚੋਂ ਵੀ ਖਰਚਣਾ ਪੈ ਜਾਂਦਾ ਹੈ। ਤਾਂ ਇਸ ਦਾ ਨੁਕਸਾਨ ਸਿਰਫ ਪੈਸੇ ਦਾ ਨਹੀਂ ਹੈ, ਇਹ ਪਰਿਵਾਰਾਂ ਨੂੰ ਤਬਾਹ ਕਰ ਦਿੰਦਾ ਹੈ, ਉਹਨਾਂ ਨੂੰ ਪੂਰੀ ਜ਼ਿੰਦਗੀ ਲਈ ਕਰਜ਼ਾਈ ਤੇ ਦਿਲੋਂ ਜ਼ਖਮੀ ਕਰ ਜਾਂਦਾ ਹੈ। ਇਹ ਆਪਣੇ ਪਿੱਛੇ ਨਫ਼ਰਤ ਤੇ ਦਰਦ ਦੀ ਇੱਕ ਅਜਿਹੀ ਅੱਗ ਛੱਡ ਜਾਂਦਾ ਹੈ ਜੋ ਪੀੜ੍ਹੀਆਂ ਤੱਕ ਨਹੀਂ ਬੁਝਦੀ। ਅੱਛਾ, ਤਾਂ ਸਵਾਲ ਇਹ ਉੱਠਦਾ ਹੈ ਕਿ ਲੋਕ ਇਹ ਸਭ ਕਰਦੇ ਕਿਉਂ ਹਨ? ਜਵਾਬ ਹੈ ਇੱਕ ਖੋਖਲੀ ਸਮਾਜਿਕ ਪ੍ਰਤਿਸ਼ਠਾ ਲਈ। ਆਓ ਜ਼ਰਾ ਇਸ ਇੱਜ਼ਤ ਦੇ ਵਿਚਾਰ ਤੇ ਹੀ ਸਵਾਲ ਕਰੀਏ ਜੋ ਇਸ ਪੂਰੇ ਵਿਨਾਸ਼ਕਾਰੀ ਚੱਕਰ ਨੂੰ ਚਲਾ ਰਹੀ ਹੈ। ਜ਼ਰਾ ਇਹ ਅੰਕੜੇ ਤੇ ਗੌਰ ਕਰੋ। 1/3। ਸੋਚ ਕੇ ਦੇਖੋ, ਇੱਕ ਆਮ ਇਨਸਾਨ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਦਾ ਤੀਜਾ ਹਿੱਸਾ ਸਿਰਫ ਵਿਆਹ ਦੇ ਦਿਖਾਵੇ ਤੇ ਖਰਚ ਕਰ ਦਿੰਦਾ ਹੈ। ਜੇ ਇਹੀ ਪੈਸਾ ਬੱਚਿਆਂ ਦੀ ਪੜ੍ਹਾਈ, ਚੰਗੀ ਸਿਹਤ ਜਾਂ ਪਰਿਵਾਰ ਦੀ ਤਰੱਕੀ ਤੇ ਲੱਗੇ ਤਾਂ ਕਿੰਨਾ ਚੰਗਾ ਹੋਵੇ। ਅਤੇ ਸਭ ਤੋਂ ਵੱਡਾ ਪਖੰਡ ਤਾਂ ਇਹੀ ਹੈ ਜੋ ਇਸ ਸਿਸਟਮ ਨੂੰ ਜ਼ਿੰਦਾ ਰੱਖਦਾ ਹੈ। ਉਹੀ ਇਨਸਾਨ ਜੋ ਆਪਣੀ ਧੀ ਦੇ ਵਿਆਹ ਵੇਲੇ ਦਾ ਦਾਜ ਦਾ ਦੁੱਖ ਰੋਂਦਾ ਹੈ, ਜਦੋਂ ਆਪਣੇ ਪੁੱਤ ਦਾ ਵਿਆਹ ਕਰਦਾ ਹੈ ਤਾਂ ਦਾਜ ਮੰਗਣ ਵਾਲਾ ਬਘਿਆੜ ਬਣ ਜਾਂਦਾ ਹੈ। ਇਸੇ ਕਰਕੇ ਸਮਾਜ ਸਮੂਹਿਕ ਤੌਰ ਤੇ ਨੈਤਿਕ ਦਿਵਾਲੀਆਪਣ ਵੱਲ ਵਧ ਰਿਹਾ ਹੈ। ਪਰ ਕੀ ਇਸ ਹਨੇਰੇ ਵਿੱਚ ਕੋਈ ਰੋਸ਼ਨੀ ਦੀ ਕਿਰਨ ਹੈ? ਬਿਲਕੁਲ ਹੈ। ਇੱਕ ਬਿਹਤਰ ਤਰੀਕਾ ਮੌਜੂਦ ਹੈ ਅਤੇ ਉਹ ਰਸਤਾ ਸਨਮਾਨ, ਸਾਦਗੀ ਅਤੇ ਸੱਚੇ ਅਧਿਆਤਮਿਕ ਮੁੱਲਿਆਂ ਵਿੱਚੋਂ ਹੋ ਕੇ ਜਾਂਦਾ ਹੈ। ਇੱਕ ਸਨਮਾਨਜਨਕ ਵਿਆਹ ਦੀ 4 ਬੁਨਿਆਦੀ ਥੰਮ ਹਨ, ਬਿਲਕੁਲ ਸਿੱਧੇ ਤੇ ਸਾਦੇ। ਪਹਿਲਾ, ਦਾਜ ਤੇ ਪੂਰੀ ਪਾਬੰਦੀ। ਦੂਜਾ, ਕੋਈ ਫਜ਼ੂਲ ਖਰਚੀ ਵਾਲੀ ਬਰਾਤ ਨਹੀਂ। ਤੀਜਾ, ਤੋਹਫਿਆਂ ਦਾ ਕੋਈ ਦਿਖਾਵਾ ਨਹੀਂ। ਅਤੇ ਚੌਥਾ, ਮਹਿੰਗੇ ਗਹਿਣਿਆਂ ਦੀ ਕੋਈ ਮੰਗ ਨਹੀਂ। ਇਹ 4 ਨਿਯਮ ਸਿੱਧੇ ਸਮੱਸਿਆ ਦੀ ਜੜ ਤੇ ਵਾਰ ਕਰਦੇ ਹਨ। ਚਲੋ, ਇਹ ਤਾਂ ਹੋ ਗਏ ਸਿਧਾਂਤ, ਪਰ ਇਸ ਨੂੰ ਅਮਲ ਵਿੱਚ ਕਿਵੇਂ ਲਿਆਉਣਾ ਹੈ? ਇਸ ਦੇ ਲਈ ਇੱਕ ਪੂਰੀ ਵਿਵਹਾਰਿਕ ਯੋਜਨਾ ਹੈ। ਆਓ ਹੁਣ ਉਹਨਾਂ ਖਾਸ ਕਦਮਾਂ ਤੇ ਨਜ਼ਰ ਮਾਰੀਏ ਜੋ ਪਰਿਵਾਰ ਅਤੇ ਪੂਰਾ ਭਾਈਚਾਰਾ ਮਿਲ ਕੇ ਚੁੱਕ ਸਕਦੇ ਹਨ। ਦੇਖੋ, ਬਦਲਾਅ ਲਿਆਉਣ ਲਈ ਸਾਨੂੰ ਕੁਝ ਪੁਰਾਣੀਆਂ ਆਦਤਾਂ ਛੱਡਣੀਆਂ ਪੈਣਗੀਆਂ ਤੇ ਨਵੀਆਂ ਅਪਣਾਉਣੀਆਂ ਪੈਣਗੀਆਂ, ਜਿਵੇਂ ਕਿ ਤੋਹਫਿਆਂ ਦੇ ਦਿਖਾਵੇ ਦੀ ਥਾਂ ਧੀ ਦੇ ਨਾਮ ਤੇ 5 ਸਾਲ ਦੀ FD ਕਰਵਾਓ। ਮਹਿੰਗੇ ਗਹਿਣਿਆਂ ਦੀ ਥਾਂ ਸਾਦੇ ਢੰਗ ਨਾਲ ਰਸਮ ਕਰੋ।
ਸ਼ਾਹੀ ਦਾਵਤਾਂ ਦੀ ਥਾਂ ਦੋਵੇਂ ਪਰਿਵਾਰ ਮਿਲ ਕੇ ਸਾਦਾ ਭੋਜਨ ਤਿਆਰ ਕਰਨ। ਇਹ ਛੋਟੇ-ਛੋਟੇ ਕਦਮ ਹੀ ਇੱਕ ਵੱਡਾ ਬਦਲਾ ਲਿਆ ਸਕਦੇ ਹਨ। ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਬਦਲਾਅ ਕੋਈ ਇੱਕ ਪਰਿਵਾਰ ਇਕੱਲਿਆਂ ਨਹੀਂ ਲਿਆ ਸਕਦਾ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਅੰਦੋਲਨ ਖੜਾ ਕਰਨਾ ਪਵੇਗਾ। ਨੌਜਵਾਨਾਂ ਅਤੇ ਮਾਪਿਆਂ ਨੂੰ ਸਾਦੇ ਵਿਆਹਾਂ ਲਈ ਪ੍ਰਣ ਲੈਣੇ ਚਾਹੀਦੇ ਹਨ ਅਤੇ ਪੂਰੇ ਭਾਈਚਾਰੇ ਨੂੰ ਇਸ ਨੇਕ ਕੰਮ ਵਿੱਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਤਾਂ ਇਹ ਸਿਰਫ ਇੱਕ ਜਾਣਕਾਰੀ ਨਹੀਂ, ਇਹ ਇੱਕ ਸੱਦਾ ਹੈ, ਇੱਕ ਅਪੀਲ ਹੈ। ਹੁਣ ਚੁੱਪਚਾਪ ਤਮਾਸ਼ਾ ਦੇਖਣ ਦਾ ਸਮਾਂ ਨਹੀਂ ਹੈ। ਆਓ ਆਪਾਂ ਸਾਰੇ ਮਿਲ ਕੇ ਇੱਕ ਨਵੀਂ ਸਨਮਾਨਜਨਕ ਪਰੰਪਰਾ ਦੀ ਨੀਂਹ ਰੱਖੀਏ, ਜਿਸ ਦੀ ਬੁਨਿਆਦ ਸਦਭਾਵਨਾ ਅਤੇ ਖੁਸ਼ਹਾਲੀ ਤੇ ਟਿਕੀ ਹੋਵੇ। ਖੁਦ ਨੂੰ ਇਹ ਸਵਾਲ ਪੁੱਛ ਕੇ ਦੇਖੋ, ਜਦੋਂ ਸਮਾਜ ਵਿੱਚ ਇੱਕ ਗਲਤ ਪਰੰਪਰਾ ਚੱਲ ਰਹੀ ਹੋਵੇ ਤਾਂ ਕੀ ਸਾਡਾ ਚੁੱਪ ਰਹਿਣਾ ਸਾਨੂੰ ਵੀ ਉਸ ਗੁਨਾਹ ਵਿੱਚ ਹਿੱਸੇਦਾਰ ਨਹੀਂ ਬਣਾਉਂਦਾ? ਯਕੀਨਨ ਬਣਾਉਂਦਾ ਹੈ, ਕਿਉਂਕਿ ਸਾਡੀ ਖਾਮੋਸ਼ੀ ਹੀ ਇਸ ਨੁਕਸਾਨਦੇਹ ਪ੍ਰਥਾ ਨੂੰ ਹੋਰ ਮਜ਼ਬੂਤ ਕਰਦੀ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ, ਵਿਆਹ ਸਿਰਫ ਇੱਕ ਦਿਨ ਦਾ ਸਮਾਗਮ ਨਹੀਂ ਹੁੰਦਾ। ਇਸ ਦੀ ਨੀਂਹ ਜਿਸ ਮਾਹੌਲ ਵਿੱਚ ਰੱਖੀ ਜਾਂਦੀ ਹੈ, ਭਾਵੇਂ ਉਹ ਹੰਕਾਰ ਤੇ ਕਰਜ਼ੇ ਦਾ ਹੋਵੇ ਜਾਂ ਸਾਦਗੀ ਤੇ ਸਦਭਾਵਨਾ ਦਾ, ਉਹੀ ਮਾਹੌਲ ਜੋੜੇ ਦੀ ਪੂਰੀ ਜ਼ਿੰਦਗੀ ਤੇ ਆਪਣਾ ਪਰਛਾਵਾਂ ਪਾਉਂਦਾ ਹੈ। ਅਤੇ ਅੰਤ ਵਿੱਚ ਸਭ ਤੋਂ ਵੱਡਾ ਸਾਰ, ਸਭ ਤੋਂ ਵੱਡੀ ਸਿੱਖਿਆ, ਵਿਆਹ ਦੋ ਆਤਮਾਵਾਂ ਦਾ ਮਿਲਨ ਹੈ, ਧਨ ਦਾ ਪ੍ਰਦਰਸ਼ਨ ਨਹੀਂ। ਇਸ ਦੀ ਨੀਂਹ ਕਰਜ਼ੇ ਅਤੇ ਹੰਕਾਰ ਤੇ ਨਹੀਂ, ਸਗੋਂ ਸਾਦਗੀ ਅਤੇ ਸਦਭਾਵਨਾ ਤੇ ਰੱਖੀ ਜਾਣੀ ਚਾਹੀਦੀ ਹੈ। ਜੇ ਅਸੀਂ ਇਸ ਇੱਕ ਗੱਲ ਨੂੰ ਦਿਲੋਂ ਸਮਝ ਲਈਏ ਤਾਂ ਅਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਸਮਾਜ ਲਈ ਇੱਕ ਬਹੁਤ ਹੀ ਬਿਹਤਰ ਭਵਿੱਖ ਬਣਾ ਸਕਦੇ ਹਾਂ। ਇਸ ਤੇ ਵਿਚਾਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।